गुड मॉर्निंग ऑल। मैं रेनू GMS बरनाला जिला मानसा। अज तुहानूं करा रहे हैं सुखमजीव मित्र ते दुश्मन। सुखमजीव फ्रेंड्स माइक्रो ऑर्गेनिज्म फ्रेंड्स एंड फोए। असी किवें देख सकते हैं कि सुखमजीव साडे मित्र है दुश्मन है। बेटा हुंदे की है सुखमजीव, जिन्होंने असी नंगी अख नाल ना देख सकीए, ठीक है, उन्होंने असी की कहने आ सुखमजीव। फिर तुसीं इन्हां नूं किवें देखदे हो? माइक्रोस्कोप दे अंडर, ठीक है, जां वडदर्शी लैंस उत्तर लैंस की हैल्प नाल। उहदे नाल तुहानूं सुखमजीव की है वड्डे नज़र आउणगे। तां असी सुखमजीवां नूं वडदर्शी लैंस की सहायता दे नाल देखदे हैगे आ। तां लैंस दे विच की है सुखमजीव वड्डे नज़र आउंदे हन। इन्हां नूं नंगी अख नाल नहीं देखिया जांदा। आओ असी सुखमजीवां दा होर अध्ययन करिए, ठीक है। सुखमजीवां नूं असी वडदर्शी लैंस की सहायता नाल देखदे हां। चलो सुखमजीवां दा असी होर अध्ययन करन लई अगे इस पाठ दे विच पढ़दे हैगे आ। सुखमजीव नूं असी माइक्रोस्कोप दे नाल देखदे हैगे आ। माइक्रोस्कोप एक इहो जिहा जंतर है जिस दे विच छोटियां जड़ियां चीज़ां नूं असी नंगी अख नाल नहीं देख सकते, उन्हां नूं असी माइक्रोस्कोप नाल देखदे हैगे आ। तां इह देखो कि असी छोटियां चीज़ां नूं वड्डा करन लई मैगनीफाइड इमेज इस च नज़र आंदा, जिवें तुसीं सैल जां होर कई वस्तुआं, ठीक है, जिन्हां नूं असी वैसे नहीं देख सकते, उन्हां नूं तुसीं काहदे नाल देखोगे? माइक्रोस्कोप की सहायता दे नाल सैल्लां नूं, माइक्रो ऑर्गेनिज्म नूं। इस माइक्रोस्कोप अंडर असी होर सुखमजीवां दा अध्ययन करदे हैगे आ। चलो ਇਹ ਵੀ ਦਿਖਾਇਆ ਹੈਗਾ ਕਿ ਮਾਈਕਰੋਸਕੋਪ ਦੇ ਨਾਲ ਤੁਸੀਂ ਸੁਖਮਜੀਵਾਂ ਨੂੰ ਦੇਖ ਸਕਦੇ ਹੈਗੇ ਹੋ, ਠੀਕ ਹੈ। ਇੱਦਾਂ ਮਾਈਕਰੋਸਕੋਪ 'ਤੇ ਤੁਸੀਂ ਇੱਕ ਆਈ ਪੀਸ ਹੁੰਦਾ, ਇੱਕ ਆਈ ਲੈਂਸ ਹੋਏਗਾ, ਇੱਕ ਓਬਜੈਕਟਿਵ ਲੈਂਸ ਹੋਏਗਾ, ਸਲਾਈਡ ਰੱਖ ਕੇ ਉਸ ਪਰਮਾਨੈਂਟ ਸਲਾਈਡ ਬਣਾ ਕੇ ਉਹਨੂੰ ਰੱਖ ਕੇ ਮਾਈਕਰੋਸਕੋਪ ਦੇ ਵਿੱਚ ਤੁਸੀਂ ਸੁਖਮਜੀਵਾਂ ਨੂੰ ਦੇਖ ਸਕਦੇ ਹੈਗੇ ਹੋ। ਇਹ ਤੋਂ ਕੀ ਪਤਾ ਲੱਗਦਾ ਹੈ ਕਿ ਸੁਖਮਜੀਵਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਇਹਨਾਂ ਨੂੰ ਅਸੀਂ ਮਾਈਕਰੋਸਕੋਪ 'ਚ ਦੇਖਦੇ ਹਾਂ। ਤੁਸੀਂ ਛੱਪੜ ਦੇ ਪਾਣੀ ਦੀ ਇੱਕ ਬੂੰਦ ਸਲਾਈਡ 'ਤੇ ਰੱਖ ਕੇ ਸੁਖਮਜੀਵਾਂ ਦਾ ਅਧਿਐਨ ਕਰ ਸਕਦੇ ਹੋ। ਤਾਂ ਸਾਨੂੰ ਕਈ ਤਰ੍ਹਾਂ ਦੇ ਸੁਖਮਜੀਵ ਨਜ਼ਰ ਆਉਂਦੇ ਹਨ। ਅੱਗੇ ਇਹਨਾਂ ਨੂੰ 4 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਬੈਕਟੀਰੀਆ, ਫੰਜਾਈ, ਪ੍ਰੋਟੋਜੋਨ ਅਤੇ ਐਲਗੀ। ਐਲਗੀ ਕਿਆ ਹੁੰਦੀ ਹੈ? ਉੱਲੀ। ਫੰਜਾਈ ਕਾਈ। ਫੰਜਾਈ ਕਿਆ ਹੋਏਗੀ? ਉੱਲੀ। ਬੈਕਟੀਰੀਆ ਦੇ ਵਿੱਚ ਕਈ ਤਰ੍ਹਾਂ ਦੇ ਹੁੰਦੇ ਆ, ਗੋਲ ਆਕਾਰ ਦੇ, ਉਹਨਾਂ ਨੂੰ ਕੋਕਸ ਕਹਿੰਦੇ ਆ। ਛੜ ਆਕਾਰ ਦੇ ਬੈਸੀਲਸ ਜਾਂ ਸਪਾਈਰਲ ਆਕਾਰ ਦੇ ਕੁੰਡਲਾਕਾਰ, ਠੀਕ ਹੈ, ਇਹ ਬੈਕਟੀਰੀਆ ਦੀਆਂ ਕਿਸਮਾਂ ਹੋ ਗਈਆਂ। ਉਦੋਂ ਬਾਅਦ ਫੰਜਾਈ ਹੈ, ਤੁਸੀਂ ਬ੍ਰੈਡ 'ਤੇ ਲੱਗੀ ਹੋਈ ਉੱਲੀ ਦੇਖੀ ਹੋਏਗੀ, ਉਹ ਇੱਕ ਉੱਲੀ ਦੀ ਕਿਸਮ ਹੈਗੀ ਹੈ ਫੰਜਾਈ। ਇਸ ਤੋਂ ਬਿਨਾਂ ਪੈਨਸਲੀਮ, ਅਸਪਰਜਿਲਸ, ਇਹ ਵੀ ਉੱਲੀ ਦੀਆਂ ਕਿਸਮਾਂ ਹਨ। ਕਈ ਤਰ੍ਹਾਂ ਦੇ ਪ੍ਰੋਟੋਜੋਆ, ਜਿਵੇਂ ਇੱਕ ਸੈਲੀ ਜੰਤੂ ਹੁੰਦੇ ਹਨ, ਇੱਕ ਸੈੱਲ ਹੀ ਸਾਰੀਆਂ ਕਿਰਿਆਵਾਂ ਕਰਦਾ ਹੈਗਾ, ਉਹਦੇ ਵਿੱਚ ਹੀ ਭੋਜਨ ਦਾ ਲੈਣਾ, ਮਲ ਤਿਆਗ, ਸਾਹ ਕਿਰਿਆ ਸਾਰਾ ਇੱਕ ਸੈੱਲਾਂ ਰਾਹੀਂ ਹੋਏਗਾ। ਤਾਂ ਅਮੀਬਾ, ਪੈਰਾਮੀਸ਼ੀਅਮ, ਪਲਾਜ਼ਮੋਡੀਅਮ, ਜਿਹਦੇ ਕਰਕੇ ਮਲੇਰੀਆ ਹੁੰਦਾ, ਇਹ ਸਾਰਿਆਂ ਦੇ ਬਾਰੇ ਅਸੀਂ ਇੱਕ ਇੱਕ ਕਰਕੇ ਸਲਾਈਡਸ ਦੇਖ ਕੇ ਦੇਖਦੇ ਹੈਗੇ ਆ। ਐਲਗਾ, ਸਪਾਇਰੋਗਾਇਰਾ, ਪੌਂਡ ਸਕਮ ਵੀ ਕਹਿੰਦੇ ਆ, ਜੋ ਹਰੀ ਕਾਈ ਜੰਮੀ ਹੁੰਦੀ ਹੈਗੀ, ਪਾਣੀ ਦੇ ਖੜੇ ਪਾਣੀ 'ਤੇ ਜਮ੍ਹਾਂ ਹੋ ਜਾਂਦੀ ਹੈ। ਤਾਂ ਸੁਖਮਜੀਵਾਂ ਨੂੰ ਕਿੰਨੇ ਵਰਗਾਂ 'ਚ ਵੰਡਿਆ ਹੋਇਆ? 4 ਵਰਗਾਂ 'ਚ, ਬੈਕਟੀਰੀਆ, ਫੰਜਾਈ, ਪ੍ਰੋਟੋਜੋਆ ਔਰ ਐਲਗੀ। ਫੰਜਾਈ ਨੂੰ ਉੱਲੀ ਬੋਲਦੇ ਆ, ਇਹ ਆਪਣਾ ਭੋਜਨ ਆਪ ਨਹੀਂ ਤਿਆਰ ਕਰਦੀ ਹੈ, ਗਲੇ ਸੜੇ ਪਦਾਰਥਾਂ ਤੋਂ ਭੋਜਨ ਲੈਂਦੀ ਹੈ। ਔਰ ਐਲਗਾ ਜਿਹੜਾ ਹੈਗਾ ਕਲੋਰੋਪਲਾਸਟ ਹੁੰਦਾ, ਇਹਦੇ ਵਿੱਚ ਆਪਣਾ ਭੋਜਨ ਆਪ ਬਣਾ ਸਕਦੇ ਆ, ਸਵੇ ਪੋਸ਼ੀ ਹੈਗੇ ਆ। ਆਓ ਅਸੀਂ ਇਹਨਾਂ ਦਾ ਇੱਕ ਇੱਕ ਕਰਕੇ ਅਧਿਐਨ ਕਰੀਏ। ਇਹਨਾਂ ਦੇ ਕਰਕੇ, ਸੁਖਮਜੀਵਾਂ ਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ, ਜਿਵੇਂ ਵਿਸ਼ਾਣੂਆਂ ਦੇ ਕਰਕੇ ਵਾਇਰਲ ਡਿਜ਼ੀਜ਼, ਜੀਵਾਣੂਆਂ ਦੇ ਕਰਕੇ ਬੈਕਟੀਰੀਅਲ, ਠੀਕ ਹੈ। ਮੱਛਰ ਸਾਨੂੰ ਕੱਟੇਗਾ, ਉਹਦੇ ਕਰਕੇ ਕਈ ਤਰ੍ਹਾਂ ਦੀਆਂ ਪਲਾਜ਼ਮੋਡੀਅਮ, ਵਾਈਵੈਕਸ, ਬਲੱਡ ਦੇ ਵਿੱਚ ਇੱਕ ਪ੍ਰੋਟੋਜ਼ੋਨ ਹੁੰਦਾ, ਉਹ ਚਲਾ ਜਾਂਦਾ ਅਤੇ ਉਹ ਲੀਵਰ 'ਚ ਗਰੋ ਕਰੇਗਾ, ਜਿਸ ਦੇ ਰਿਜ਼ਲਟ ਵਜੋਂ ਮਲੇਰੀਆ ਹੋ ਜਾਂਦਾ। ਕਈ ਤਰ੍ਹਾਂ ਦੀਆਂ ਫੰਗਲ ਇਨਫੈਕਸ਼ਨਸ ਅਤੇ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਜਿਹੜੀਆਂ ਕਿ ਸੁਖਮਜੀਵਾਂ ਦੇ ਕਾਰਨ ਹੁੰਦੀਆਂ ਹਨ। ਆਓ ਅਸੀਂ ਦੇਖਦੇ ਹਾਂ ਅਲੱਗ ਅਲੱਗ ਸਲਾਈਡਾਂ ਦੇ ਰਾਹੀਂ
ਕਿ ਜਿਵੇਂ ਹੈਗੇ ਆ ਸਾਡੇ ਬੈਸੀਲਸ ਆਕਾਰ ਦੇ, ਜਿਵੇਂ ਦੁੱਧ ਵਾਲੇ, ਠੀਕ ਹੈ, ਦੁੱਧ ਤੋਂ ਦਹੀਂ ਤਬਦੀਲ ਕਰਦੇ ਆ ਤਾਂ ਉਹ ਵਾਲੇ ਬੈਕਟੀਰੀਆ ਨੂੰ ਲੈਕਟੋਬੈਸੀਲਸ ਕਹਿੰਦੇ ਆ। ਛੜ ਆਕਾਰ ਦੇ ਇਹ ਅਸੀਂ ਮਾਈਕਰੋਸਕੋਪ ਦੇ ਅੰਡਰ ਛੱਪੜ ਦੀ ਇੱਕ ਬੂੰਦ ਰਾਹੀਂ ਦੇਖ ਸਕਦੇ ਹੈਗੇ ਆ। ਸਭ ਤੋਂ ਪਹਿਲਾਂ ਇੱਕ ਪ੍ਰੋਟੋਜ਼ੋਨ ਅਮੀਬਾ, ਠੀਕ ਹੈ। ਅਮੀਬਾ ਜਿਹੜਾ ਹੈਗਾ ਇੱਕੋ ਹੀ ਸੈੱਲ ਜੰਤੂ ਹੈ, ਇੱਕ ਸੈੱਲ ਦੇ ਵਿੱਚ ਹੀ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ। ਇਹਦੇ ਵਿੱਚ ਨਿਊਕਲੀਅਸ, ਸਾਈਟੋਪਲਾਜ਼ਮ ਅਤੇ ਪਲਾਜ਼ਮਾ ਮੈਂਬਰੇਨ ਹੁੰਦੀ ਹੈ। ਇਹ ਆਪਣੇ ਪੈਰਾਪੋਡੀਆ ਦੀ ਹੈਲਪ ਨਾਲ, ਆਬਾਸੀ ਪੈਰਾਂ ਦੀ ਹੈਲਪ ਦੇ ਨਾਲ ਤੁਰਦਾ ਹੈਗਾ। ਇਹ ਇੱਕ ਸੈੱਲਾ ਜੰਤੂ ਹੁੰਦਾ ਹੈ, ਇੱਕ ਸੈੱਲ ਦੇ ਵਿੱਚ ਹੀ ਸਾਰੀਆਂ ਕਿਰਿਆਵਾਂ ਹੁੰਦੀਆਂ ਹਨ। ਹੋਰ ਸਾਨੂੰ ਛੱਪੜ ਦੀ ਬੂੰਦ ਨੂੰ ਜਦੋਂ ਸਲਾਈਡ 'ਤੇ ਰੱਖਿਆ ਜਾਂਦਾ ਪੈਰਾਮੀਸ਼ੀਅਮ ਨਜ਼ਰ ਆਉਂਦੇ ਹੈ। ਇਹ ਵੀ ਇੱਕ ਸੈੱਲੇ ਜੰਤੂ ਹਨ, ਠੀਕ ਹੈ। ਔਰ ਇਹ ਪੈਰਾਮੀਸ਼ੀਅਮ ਨਜ਼ਰ ਆਉਂਦੇ ਹਨ। ਹੋਰ ਸਾਨੂੰ ਸਲਾਈਡ ਅਸੀਂ ਦੇਖ ਰਹੇ ਹੈਗੇ ਆ ਪੈਰਾਮੀਸ਼ੀਅਮ, ਅਮੀਬਾ, ਯੂਗਲੀਨਾ, ਇਹ ਹੈਗੇ ਆ ਪੈਰਾਮੀਸ਼ੀਅਮ ਜਿਹੜੇ ਕਿ ਇੱਕ ਸੈੱਲੇ ਜੰਤੂ ਹਨ। ਇਹਨਾਂ 'ਚ ਨਿਊਕਲੀਅਸ ਹੁੰਦਾ ਔਰ ਇਹਦੀ ਬੋਡੀ 'ਤੇ ਸਿਲੀਆ ਲੱਗੇ ਹੁੰਦੇ ਹਨ। ਉਸ ਤੋਂ ਬਾਅਦ ਸਾਡੇ ਜਿਹੜੇ ਹੈਗੇ ਜੀਵਾਣੂ, ਬੈਕਟੀਰੀਆ, ਇਹ ਕਈ ਤਰ੍ਹਾਂ ਦੇ ਹੁੰਦੇ ਹਨ, ਗੋਲ ਆਕਾਰ, ਕੁੰਡਲਾਕਾਰ, ਸਪਾਈਰਲ ਆਕਾਰ, ਜਿਨ੍ਹਾਂ ਨੂੰ ਬੈਸੀਲਸ ਤਾਂ ਆਕਾਰ ਦੇ ਹਿਸਾਬ ਨਾਲ ਕੋਮਾ ਸ਼ੇਪ, ਜਿਵੇਂ ਹੈਜੇ ਦਾ ਵਿਸ਼ਾਣੂ ਜਿਹੜਾ ਹੈਗਾ ਉਹ ਕੀ ਹੋਏਗਾ, ਕੋਮਾ ਸ਼ੇਪ ਹੋਏਗਾ, ਠੀਕ ਹੈ। ਤਾਂ ਇਹ ਅਲੱਗ ਅਲੱਗ ਤਰ੍ਹਾਂ ਦੇ ਇਹਨਾਂ ਦੇ ਕੀ ਹੋ ਗਏ, ਆਕਾਰ ਹੋ ਗਏ। ਜੀਵਾਣੂਆਂ ਦੇ ਅਲੱਗ ਅਲੱਗ ਤਰ੍ਹਾਂ ਦੇ ਆਕਾਰ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਅਗਲੀ ਸਲਾਈਡ ਦੇ ਵਿੱਚ, ਕਿ ਇਹ ਇੱਕ ਬਹੁਤ ਤਰ੍ਹਾਂ ਦੇ ਹੁੰਦੇ ਆ। ਕੋਈ ਫਿਲਾਮੈਂਟਸ, ਪੈਰਾਮੀਸ਼ੀਅਮ ਟਾਈਪ, ਠੀਕ ਹੈ। ਇਹ ਜੀਸਟ ਦਿਖਾਏ ਹੈਗੇ ਆ, ਜਿਨ੍ਹਾਂ ਤੋਂ ਵੱਡ ਨਿਕਲਦੀ ਹੈ। ਇੱਕ ਸੈੱਲ ਤੋਂ ਬਹੁਤ ਸੈੱਲ ਬਣ ਜਾਂਦੇ ਹੈਗੇ ਆ। ਉਹਨਾਂ ਜੋ ਉੱਲੀ, ਸਾਡੇ ਫਰੂਟ, ਸਬਜ਼ੀਆਂ, ਬ੍ਰੈਡ ਵਗੈਰਾ ਨੂੰ ਉੱਲੀ, ਫੰਗਸ ਲੱਗ ਜਾਂਦੀ ਹੈਗੀ ਹੈ। ਅਗਰ ਥੋੜ੍ਹੇ ਟਾਈਮ ਲਈ ਪਏ ਰਹਿਣ ਤਾਂ ਉੱਲੀ ਇਹਨਾਂ ਤੋਂ ਕੀ ਕਰੇਗੀ, ਇਹਨਾਂ ਦਾ ਅਪਘਟਨ ਕਰ ਦੇਗੀ ਅਤੇ ਇਹਨਾਂ ਤੋਂ ਪੋਸ਼ਕ ਤੱਤ ਸੋਕਦੀ ਹੈਗੀ ਹੈ। ਜਿਵੇਂ ਅਸੀਂ ਇੱਕ ਬ੍ਰੈਡ ਦਾ ਟੁਕੜਾ ਰੱਖਿਆ ਹੋਇਆ ਹੈਗਾ, ਬ੍ਰੈਡ ਦੇ ਟੁਕੜੇ 'ਤੇ ਕੀ ਲੱਗ ਰਹੀ ਹੈਗੀ ਆ, ਉੱਲੀ। ਇਹ ਬ੍ਰੈਡ ਹੈਗੀ ਆ, ਹੌਲੀ ਹੌਲੀ ਨਮੀ ਅਤੇ ਗਰਮੀ ਦੇ ਕਰਕੇ ਇਹਨੂੰ ਕੀ ਲੱਗ ਜਾਂਦੀ ਹੈਗੀ ਆ, ਉੱਲੀ ਲੱਗ ਜਾਏਗੀ। ਤਾਂ ਇਹ ਕਿਹੜੀ ਫੰਗਸ ਹੁੰਦੀ ਹੈ, ਰਾਈਜ਼ੋਪਸ ਫੰਗਸ। ਰਸਾਇਣਿਕ ਤੱਤ ਇਸ ਤੋਂ ਬ੍ਰੈਡ ਤੋਂ ਕੀ ਲਏਗੀ, ਪੋਸ਼ਕ ਤੱਤ ਲਏਗੀ, ਠੀਕ ਹੈ। ਰਾਈਜ਼ੋਪਸ ਨਾਮ ਦੀ ਫੰਗਸ ਲੱਗ ਜਾਂਦੀ ਹੈ ਬ੍ਰੈਡ ਨੂੰ, ਸਾਡੇ ਕੰਨਾਂ ਵਗੈਰਾ ਨੂੰ। ਇਹ ਰਾਈਜ਼ੋਪਸ ਫੰਗਸ ਹੈਗੀ ਹੈ। ਇਹਦੇ ਜਿਹੜੀਆਂ ਲੰਬੀਆਂ ਤਣਾ ਹੁੰਦਾ ਉਹਨੂੰ ਸਪਰੋਂਜੀਆ ਫੋਰ ਕਹਿੰਦੇ ਆ, ਔਰ ਉਹਦੇ ਉੱਤੇ ਸਪਰੋਂਜੀਆ ਨਿਕਲਦੇ ਆ। ਉਹਦੇ ਵਿੱਚ ਸਪੋਰਸ ਹੁੰਦੇ ਆ, ਬੀਜਾਣੂ, ਜਿਹੜੇ ਕਿ ਹਵਾ ਪਾਣੀ ਰਾਹੀਂ ਫੈਲਦੇ ਹਨ। ਜਿੱਥੇ ਵੀ ਉਹ ਜਾਣਗੇ ਉੱਥੇ ਉਹ ਸਪਰਾਊਟ ਕਰਕੇ ਨਵੀਂ ਉੱਲੀ ਪੈਦਾ ਕਰਦੇ ਹਨ। ਔਰ ਇਹਨਾਂ ਦੀਆਂ ਜੜ੍ਹਾਂ ਨੂੰ ਰਾਈਜ਼ੋਇਡਸ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਉੱਲੀ, ਅਗੈਰੀਕਸ, ਇਹ ਸਾਰੇ ਡੀਕੰਪੋਜ਼ਰਸ ਦਾ ਕੰਮ ਕਰਦੇ ਹਨ ਅਤੇ ਪੌਦਿਆਂ ਤੋਂ ਪੌਦਿਆਂ ਜਾਂ ਔਰਗੈਨਿਕ ਮੈਟਰ ਦਾ ਅਪਘਟਨ ਕਰਕੇ ਕਰ ਦਿੰਦੇ ਹਨ। ਇਹ ਸਾਰੀਆਂ ਡੀਕੰਪੋਜ਼ਰ ਕੈਟਾਗਰੀ 'ਚ ਆਉਣਗੇ ਤੁਹਾਡੇ। ਜਿਵੇਂ ਆਹ ਇੱਕ ਅਗੈਰੀਕਸ ਫੰਗਸ ਦਿਖਾਈਆਂ ਹੈਗੀਆਂ ਤਰ੍ਹਾਂ ਦੀਆਂ, ਤਾਂ ਇਹ ਸਾਰੀਆਂ ਉੱਲੀ ਦੀਆਂ ਕਿਸਮਾਂ ਹਨ। ਇਸ ਤੋਂ ਬਿਨਾਂ ਸਾਡੇ ਬੈਕਟੀਰੀਓਫਾਜ, ਜਿਨ੍ਹਾਂ ਨੂੰ ਅਸੀਂ ਵਿਸ਼ਾਣੂ ਕਹਿੰਦੇ ਹਾਂ, ਇਹ ਕੀ ਕਰਦੇ ਆ, ਕਿਸੇ ਵੀ ਹੋਸਟ ਦੀ ਬੋਡੀ 'ਤੇ ਦੇ ਅੰਦਰ ਨਹੀਂ ਜਾਂਦੇ, ਉਹਦੇ ਵਿੱਚ ਆਪਣਾ DNA ਭੇਜ ਦਿੰਦੇ ਆ, ਜਾਂ RNA ਇਹ ਕਿਸੇ ਹੋਸਟ ਦੇ ਸੈੱਲ ਦੇ ਵਿੱਚ ਪ੍ਰਜਨਨ ਕਰਨਗੇ। ਇਹਦੇ 3 ਹਿੱਸੇ ਹੁੰਦੇ ਆ, ਨੈਕ, ਟੇਲ ਅਤੇ ਹੈਡ, ਠੀਕ ਹੈ। ਇਹ ਕੀ ਕਰਦੇ ਆ, ਜਿਹੜੀ ਇਹਨਾਂ ਦੀ ਨੈਕ ਹੁੰਦੀ ਆ ਉਹ ਪਿਚਕਾਰੀ ਨੂੰਮਾ ਹੁੰਦੀ ਹੈ। ਨੈਕ ਪਿਚਕਾਰੀ ਤਾਂ ਇਹ ਉਹ ਸਰਿੰਜ ਦੀ ਤਰ੍ਹਾਂ ਪ੍ਰੈਸ਼ਰਾਈਜ਼ ਕਰਕੇ ਆਪਣਾ DNA ਹੋਸਟ ਸੈੱਲਾਂ 'ਚ ਭੇਜਣਗੇ। ਹੋਸਟ ਸੈੱਲਾਂ ਦੇ ਵਿੱਚ ਇਹਨਾਂ ਦਾ DNA ਜਿਹੜਾ ਹੈਗਾ ਰੀਕੰਬੀਨੇਟ ਕਰੇਗਾ, ਡਿਵਾਈਡ ਕਰੇਗਾ, ਜਨਨ ਕਿਰਿਆ ਕਰੇਗਾ ਅਤੇ ਆਪਣੇ ਵਰਗੇ ਹੋਰ ਬੈਕਟੀਰੀਓਫਾਜ ਪ੍ਰੋਡਿਊਸ ਕਰਦਾ ਹੈ। ਔਰ ਇਹਨਾਂ ਦਾ ਆਊਟਰ ਜਿਹੜਾ ਸ਼ੈੱਲ ਹੈ ਉਹ ਕਾਹਦਾ ਬਣਿਆ ਹੁੰਦਾ, ਆਊਟਰ ਸ਼ੈੱਲ ਕਾਹਦਾ ਬਣਿਆ ਹੋਏਗਾ, ਪ੍ਰੋਟੀਨ ਦਾ, ਕੈਪਸਿਡ ਨਾਮ ਦੇ ਪ੍ਰੋਟੀਨਸ ਦਾ। ਇਹਦੇ ਵਿੱਚ ਪ੍ਰੋਟੀਨਸ ਅਤੇ DNA ਤੋਂ ਬਣਿਆ ਹੁੰਦਾ ਹੈਗਾ ਬੈਕਟੀਰੀਓਫਾਜ। ਅੱਗੇ ਚੱਲੋ, ਬੈਕਟੀਰੀਓਫਾਜਸ ਜਿਹੜੇ ਹੈਗੇ ਆ ਕਈ ਤਰ੍ਹਾਂ ਦੇ
ਇਹ ਦਿਖਾਇਆ ਹੈਗਾ ਬੈਕਟੀਰੀਓਫਾਜ ਕਿਸੇ ਦੀ ਵੀ ਹੋਸਟ ਸੈੱਲ ਦੇ ਉੱਤੇ ਆਪਣਾ ਠੀਕ ਹੈ ਲੱਗ ਜਾਂਦਾ ਹੈਗਾ। ਫਿਰ ਸਰਿੰਜਨੁਮਾ ਢੰਗ ਦੇ ਨਾਲ ਆਪਣਾ DNA ਇਹਦੀ ਨੈਕ ਜਿਹੜੀ ਹੈਗੀ ਸ਼ਰਿੰਕ ਕਰਦੀ ਹੈਗੀ ਸਰਿੰਜਨੁਮਾ ਅਤੇ ਆਪਣਾ DNA ਹੋਸਟ ਸੈੱਲ ਦੇ ਵਿੱਚ ਭੇਜਦਾ ਹੈਗਾ। ਇੱਦਾਂ ਇਹ ਕੀ ਕਰੇਗਾ ਪ੍ਰਜਨਨ ਕਿਰਿਆ ਕਰੇਗਾ, ਆਪਣੀ ਜਨਰੇਸ਼ਨ ਚਲਾਉਂਦਾ ਹੈਗਾ। ਇੱਕ ਵਾਇਰਸ ਹੈ ਬੈਕਟੀਰੀਓਫਾਜ ਇਹਨੂੰ ਕਹਿੰਦੇ ਆ, ਪ੍ਰੋਟੀਨਸ ਕੈਪਸਿਡ 'ਤੇ ਉਹਦਾ ਬਣਿਆ ਹੁੰਦਾ। ਇਹ ਹੋਸਟ ਸੈੱਲਾਂ ਦੇ ਵਿੱਚ ਜਾ ਕੇ ਆਪਣਾ DNA ਭੇਜ ਕੇ ਪ੍ਰਜਨਨ ਕਰਦਾ ਹੈਗਾ। ਠੀਕ ਹੈ, ਬੈਕਟੀਰੀਓਫਾਜਸ ਇਹਨਾਂ ਨੂੰ ਕੀ ਕਹਿੰਦੇ ਆ ਅਸੀਂ, ਬੈਕਟੀਰੀਓਫਾਜ ਕਹਿੰਦੇ ਆ। ਵਾਇਰਸ ਹੁਣ ਤੱਕ ਅਸੀਂ ਕੀ ਪੜ੍ਹਿਆ ਹੈਗਾ, ਉੱਲੀਆਂ ਦੇ ਕਿਸਮਾਂ ਦੇਖੀਆਂ, ਬੈਕਟੀਰੀਆ ਅਲੱਗ-ਅਲੱਗ ਤਰ੍ਹਾਂ ਦੇ, ਸਪਾਇਰਲ, ਵੈਸੀਲਸ, ਕੋਕਸ ਟਾਈਪ ਦੇ, ਔਰ ਇਹ ਬੈਕਟੀਰੀਓਫਾਜ ਦੇ ਬਾਰੇ ਪੜ੍ਹਿਆ। ਇਹ ਸਾਰਾ ਕੁਝ ਅਸੀਂ ਸਲਾਈਡਸ ਦੇ ਰਾਹੀਂ ਦੇਖ ਸਕਦੇ ਹੈਗੇ ਆ। ਛੱਪੜ ਦੀ ਬੂੰਦ ਦੇ ਵਿੱਚ ਕੀ ਹੁੰਦਾ ਹੈਗਾ। ਠੀਕ ਆ, ਦੈਨ ਅੱਗੇ ਤਾਂ ਅਸੀਂ ਅਗਰ ਰਿਵਿਊ ਕਰੀਏ ਸਾਰਾ ਚੈਪਟਰ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਬੈਕਟੀਰੀਆ ਜਿਹੜੇ ਹੈਗੇ ਆ, ਬੈਕਟੀਰੀਓਫਾਜ ਦੁਬਾਰਾ ਸੂਖਮ ਜੀਵਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਅਸੀਂ ਇਹਨਾਂ ਨੂੰ ਸੂਖਮਦਰਸ਼ੀ ਦੀ ਸਹਾਇਤਾ ਦੇ ਨਾਲ ਦੇਖਦੇ ਹਾਂ। ਠੀਕ, ਜਾਂ ਵੱਡਦਰਸ਼ੀ ਲੈਂਸ ਦੀ ਸਹਾਇਤਾ ਦੇ ਨਾਲ ਤੁਸੀਂ ਸੂਖਮ ਜੀਵਾਂ ਨੂੰ ਦੇਖ ਸਕਦੇ ਹੈਗੇ ਹੋ। ਅਲੱਗ-ਅਲੱਗ ਇਹਨਾਂ ਦੀਆਂ ਕਿਸਮਾਂ ਹੈਗੀਆਂ, ਬੈਕਟੀਰੀਆ, ਵਾਇਰਸ, ਫੰਜਾਈ, ਪ੍ਰੋਟੋਜ਼ੋਨ, ਉੱਲੀ, ਕਾਈ, ਇਹ ਸਾਰੇ ਬੈਕਟੀਰੀਆ ਦੀਆਂ ਕਿਸਮਾਂ ਹਨ। ਅੱਗੇ ਅਸੀਂ ਪਾਣੀ ਦੀ ਬੂੰਦ ਨੂੰ ਮਾਈਕਰੋਸਕੋਪ 'ਚ ਦੇਖਦੇ ਹਾਂ ਤਾਂ ਸਾਨੂੰ ਜਿਵੇਂ ਆ ਸਪਾਇਰੋਗਾਇਰਾ ਜਾਂ ਪੈਰਾਮੀਸ਼ੀਅਮ ਨਜ਼ਰ ਆ ਰਹੇ ਹੈਗੇ ਆ। ਤਾਂ ਤੁਸੀਂ ਇੱਕ ਸਲਾਈਡ ਰਾਹੀਂ ਕੀ ਦੇਖ ਸਕਦੇ ਹੈਗੇ ਹੋ, ਇੱਕ ਛੱਪੜ ਦੇ ਪਾਣੀ ਦੀ ਬੂੰਦ ਨੂੰ ਤੁਸੀਂ ਸਲਾਈਡ 'ਤੇ ਰੱਖੋਗੇ, ਮਾਈਕਰੋਸਕੋਪ 'ਚ ਦੇਖੋਗੇ ਤਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਵਾਇਰਸ, ਜੀਵਾਣੂ, ਇੱਕ ਸੈੱਲੇ ਜੰਤੂ, ਸਪਾਇਰੋਗਾਇਰਾ ਵਗੈਰਾ ਨਜ਼ਰ ਆਉਂਦੇ ਹਨ। ਤੱਕ ਅਸੀਂ ਕੀ ਪੜ੍ਹਿਆ ਹੈ, ਅਸੀਂ ਜੀਵਾਣੂਆਂ ਦੀਆਂ ਅਲੱਗ-ਅਲੱਗ ਸ਼ੇਪਸ ਠੀਕ ਹੈ ਦੇਖੀਆਂ ਹਨ। ਕੋਈ ਕੁੰਡਲਾਕਾਰ ਦੇ, ਕੋਈ ਗੋਲਾਕਾਰ, ਸਪਾਈਰਲ ਸ਼ੇਪ, ਕੋਕਸ ਸ਼ੇਪ, ਤਾਂ ਇਹ ਸਾਰੀਆਂ ਇਹਨਾਂ ਦੀਆਂ ਕਿਸਮਾਂ ਦਿਖਾਈਆਂ ਗਈਆਂ ਹਨ ਜੀਵਾਣੂਆਂ ਦੀਆਂ ਅਲੱਗ-ਅਲੱਗ। ਗੁੱਡ ਮੋਰਨਿੰਗ ਬੇਟਾ, ਮੈਂ ਰੇਨੂ ਸਾਇੰਸ ਮਿਸਟਰਸ ਤੁਹਾਨੂੰ ਕਰਾ ਰਹੀ ਸੀ ਸੂਖਮ ਜੀਵ ਮਿੱਤਰ ਅਤੇ ਦੁਸ਼ਮਣ। ਅੱਜ ਅਸੀਂ ਕਰਨ ਲੱਗੇ ਹੈਗੇ ਹਾਂ ਪਾਰਟ ਸੈਕਿੰਡ। ਇਸ ਦਾ ਜਿਹੜੇ ਸੂਖਮ ਜੀਵ ਆ ਉਹ ਲਾਭਦਾਇਕ ਵੀ ਹੁੰਦੇ ਹਨ। ਕਿਵੇਂ ਲਾਭਦਾਇਕ ਹਨ, ਜਿਵੇਂ ਖਮੀਰੀਕਰਨ ਦੇ ਵਿੱਚ ਅਸੀਂ ਕੀ ਹੈ, ਆਟਾ ਲਓ ਤੁਸੀਂ, ਉਹਦੇ ਵਿੱਚ ਆਟਾ ਗੁੰਨ ਕੇ ਉਹਦੇ ਵਿੱਚ ਖਮੀਰ ਪਾ ਲਓ। ਠੀਕ ਹੈ, ਗੁੰਨਣ ਦੇ ਸਮੇਂ ਤਾਂ ਖਮੀਰ ਕੀ ਕਰਨਗੇ, ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰਨਗੇ। ਜਦੋਂ ਉਹ ਮਲਟੀਪਲਾਈ ਕਰਦੇ ਆ, ਐਜ਼ ਏ ਰਿਜ਼ਲਟ ਬਡਿੰਗ ਹੋਏਗੀ, ਖਮੀਰੀਕਰਨ ਕਿਰਿਆ ਹੋਏਗੀ ਅਤੇ ਆਟਾ ਫੁੱਲ ਜਾਂਦਾ। ਇਸ ਕਿਰਿਆ ਨੂੰ ਅਸੀਂ ਫਰਮੈਂਟੇਸ਼ਨ ਕਿਰਿਆ ਕਹਿੰਦੇ ਹੈਗੇ ਆ। ਫਰਮੈਂਟੇਸ਼ਨ ਦੇ ਰਾਹੀਂ ਤੁਸੀਂ ਕੀ ਹੈ, ਬ੍ਰੈਡ ਵਗੈਰਾ, ਕੇਕ ਵਗੈਰਾ ਬਣਾਉਂਦੇ ਹੋ। ਬੇਕਰੀ ਇੰਡਸਟਰੀ ਦੇ ਵਿੱਚ ਫਰਮੈਂਟੇਸ਼ਨ ਨੂੰ ਵਰਤਿਆ ਜਾਂਦਾ ਹੈਗਾ। ਔਰ ਸ਼ਰਾਬ ਬਣਾਉਣ ਲਈ ਵੀ ਇਸ ਦੀ ਖਮੀਰੀਕਰਨ ਕਿਰਿਆ ਦੀ ਡਬਲ ਰੋਟੀ ਵਗੈਰਾ ਬਣਾਉਣ ਲਈ, ਔਰ ਸ਼ਰਾਬ ਬਣਾਉਣ ਲਈ, ਅਲਕੋਹਲ ਬਣਾਉਣ ਲਈ ਅਸੀਂ ਖਮੀਰੀਕਰਨ ਕਿਰਿਆ ਫਰਮੈਂਟੇਸ਼ਨ ਰਿਐਕਸ਼ਨ ਨੂੰ ਯੂਜ਼ ਕਰਦੇ ਹੈਗੇ ਆ। ਕਾਰਬਨ ਡਾਈਆਕਸਾਈਡ ਦੇ ਕਰਕੇ ਆਟਾ ਕੀ ਹੈ, ਫੁੱਲ ਜਾਂਦਾ ਹੈਗਾ। ਇਸ ਤੋਂ ਬਾਅਦ 1857 ਈਸਵੀ ਵਿੱਚ ਲੂਇਸ ਪਾਸਚਰ ਨੇ ਦੁੱਧ ਦੀ ਪੋਸਚਰਾਈਜੇਸ਼ਨ ਕਰਕੇ ਦੁੱਧ ਨੂੰ ਅਲਟਰਾ ਹੀਟ ਕੀਤਾ, ਟੈਂਪਰੇਚਰ 'ਤੇ ਗਰਮ ਕਰਕੇ 72 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਫਿਰ ਦੁੱਧ ਨੂੰ ਠੰਡਾ ਕੀਤਾ ਜਾਂਦਾ। ਫਿਰ 135 ਡਿਗਰੀ ਸੈਲਸੀਅਸ ਤੱਕ ਦੁਬਾਰਾ ਹੀਟ ਕਰਕੇ ਇਸ ਨੂੰ ਜੀਵਾਣੂ ਰਹਿਤ ਬਣਾਇਆ ਤਾਂ ਕਿ ਦੁੱਧ ਦੇ ਵਿਚਲੇ ਜੀਵਾਣੂ, ਬੈਕਟੀਰੀਆ ਮਰ ਜਾਣ ਅਤੇ ਦੁੱਧ ਨੂੰ ਲੰਬੇ ਸਮੇਂ ਤੱਕ ਪ੍ਰੀਜ਼ਰਵ ਕੀਤਾ ਜਾ ਸਕੇ। ਇਸ ਦੀ ਖੋਜ ਲੂਇਸ ਪਾਸਚਰ ਨੇ ਕੀਤੀ। ਇਸ ਕਰਕੇ ਇਸ ਵਿਧੀ ਨੂੰ ਪੋਸਚਰਾਈਜੇਸ਼ਨ ਵਿਧੀ ਕਿਹਾ ਜਾਂਦਾ ਹੈ, ਦੁੱਧ ਨੂੰ ਗਰਮ ਕਰਕੇ ਕੀਟਾਣੂ ਰਹਿਤ ਕਰਨਾ। ਕਈ ਤਰ੍ਹਾਂ ਦੀਆਂ ਪ੍ਰਤੀਜੈਵਿਕ ਦਵਾਈਆਂ ਜਿਵੇਂ ਕਿ ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ, ਅਰੀਥਰੋਮਾਈਸਿਨ, ਇਹਨਾਂ ਸਾਰੀਆਂ ਦਵਾਈਆਂ ਨੂੰ ਅਸੀਂ ਐਂਟੀਬਾਇਓਟਿਕ ਦਵਾਈਆਂ ਕਹਿੰਦੇ ਹਨ। ਪ੍ਰਤੀਜੈਵਿਕ ਦਵਾਈਆਂ ਇਹ ਕੀ ਹੁੰਦੀਆਂ ਹਨ? ਪ੍ਰਤੀਜੈਵਿਕ ਦਵਾਈਆਂ, ਇਹਨਾਂ ਦੀ ਖੋਜ ਕਿਸ ਨੇ ਕੀਤੀ? ਸਭ ਤੋਂ ਪਹਿਲੀ ਪ੍ਰਤੀਜੈਵਿਕ ਦਵਾਈ ਐਂਟੀਬਾਇਓਟਿਕਸ ਕਿਹੜੀ ਸੀਗੀ? ਤਾਂ ਇਹਨਾਂ ਸਾਰਿਆਂ
ਦੇ ਬਾਰੇ ਅਸੀਂ ਜਾਣਦੇ ਹਾਂ। ਅਲੈਗਜ਼ੈਂਡਰ ਫਲੈਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ। ਉਸਨੇ ਪੈਨਸਲਿਨ ਦੀ ਖੋਜ ਕਿਵੇਂ ਕੀਤੀ? ਅਲੈਗਜ਼ੈਂਡਰ ਫਲੈਮਿੰਗ ਨੇ ਪੈਨਸਲਿਨ ਦੀ ਖੋਜ 1929 ਈਸਵੀ ਦੇ ਵਿੱਚ ਕੀਤੀ। ਪੈਨਸਲਿਨ ਕੀ ਹੈ? ਇੱਕ ਪ੍ਰਤੀ ਜੈਵਿਕ ਐਂਟੀਬਾਇਓਟਿਕ ਦਵਾਈ ਹੈਗੀ ਹੈ। ਉਸਨੇ ਇੱਕ ਪੈਟਰੀ ਡਿਸ਼ ਦੇ ਵਿੱਚ ਉੱਲੀ ਗਰੋ ਹੁੰਦੀ ਦੇਖੀ, ਠੀਕ ਹੈ, ਜਿਸ ਦੇ ਵਾਧੇ ਦੇ ਕਰਕੇ ਕੁਛ ਜੀਵਾਣੂ ਮਰ ਰਹੇ ਸੀ, ਵਾਇਰਸ ਵਗੈਰਾ ਮਰ ਰਹੇ ਸੀ। ਤਾਂ ਉਸਨੇ ਅੱਜ ਧਿਆਨ ਨਾਲ ਓਬਜ਼ਰਵ ਕੀਤਾ ਕਿ ਕੁਛ ਉੱਲੀਆਂ ਸਾਡੇ ਲਈ ਲਾਭਦਾਇਕ ਵੀ ਹਨ, ਜਿਨ੍ਹਾਂ ਦੇ ਕਰਕੇ ਵਿਸ਼ਾਣੂ ਕੀ ਹੈ, ਮਰ ਰਹੇ ਹਨ। ਤਾਂ ਇੱਦਾਂ ਸਭ ਤੋਂ ਪਹਿਲਾਂ ਪੈਨਸਲਿਨ ਨਾਮ ਦੀ ਦਵਾਈ ਦੀ ਖੋਜ ਹੋਈ। ਤਾਂ ਇਹ ਅਧਿਐਨ ਉਸਨੇ ਕਦੋਂ ਕੀਤਾ? ਜਦੋਂ ਉਹ ਪੈਨਸਲਿਨ ਦੀ ਨਾਂ ਦੀ ਉੱਲੀ ਦਾ ਅਧਿਐਨ ਕਰ ਰਿਹਾ ਸੀਗਾ। ਤਾਂ ਇਸ ਤਰ੍ਹਾਂ ਅਲੈਗਜ਼ੈਂਡਰ ਫਲੈਮਿੰਗ ਦੁਆਰਾ ਪੈਨਸਲਿਨ ਦੀ ਖੋਜ ਹੋਈ। ਉਸ ਤੋਂ ਬਾਅਦ ਵੈਕਸੀਨੇਸ਼ਨ ਜਾਂ ਟੀਕਾਕਰਨ। ਐਡਵਰਡ ਜਿਨਰ, ਇਹ ਇੱਕ ਕੁਐਸਚਨ ਵੀ, ਠੀਕ ਹੈ, KBC ਜਾਂ ਜੋ ਵੀ ਹੈ ਨਿਊਜ਼ ਚੈਨਲਸ 'ਤੇ ਚੱਲਦੇ ਹੈਗੇ ਕਿਊਜ਼, ਉਹਦੇ ਵਿੱਚ ਪੁੱਛਿਆ ਗਿਆ ਕਿ ਸਮਾਲ ਪੌਕਸ ਚੇਚਕ ਦੇ ਟੀਕੇ ਦੀ ਖੋਜ ਕਦੋਂ ਹੋਈ? ਕਿਸਨੇ ਕੀਤੀ? ਐਡਵਰਡ ਜਿਨਰ ਨੇ। ਐਡਵਰਡ ਜਿਨਰ ਨੇ ਕਿਆ ਕੀਤਾ? ਟੀਕਾਕਰਨ ਵੈਕਸੀਨੇਸ਼ਨ ਦੀ ਖੋਜ ਕੀਤੀ। ਕਿਹੜੇ ਸਾਲ 'ਚ ਕੀਤੀ? ਐਡਵਰਡ ਜਿਨਰ ਨੇ 1798 'ਚ ਉਸਨੇ ਵੈਕਸੀਨੇਸ਼ਨ ਟੀਕਾਕਰਨ ਹੁੰਦਾ ਕੀ ਹੈ? ਇਸ ਦੇ ਵਿੱਚ ਐਂਟੀਬਾਡੀਜ਼ ਪਾਈਆਂ ਜਾਂਦੀਆਂ ਹਨ। ਸੇਮ ਬਿਮਾਰੀ ਦੇ ਰੋਗਜਨਕ ਬਿਮਾਰੀ ਵੱਲੇ ਹੀ ਕੀਟਾਣੂ ਭੇਜੇ ਜਾਂਦੇ ਹਨ, ਜਿਹੜੇ ਕਿ ਅੰਦਰ ਜਾ ਕੇ ਬਾਡੀ ਦੇ ਅੰਦਰ ਜਾ ਕੇ ਐਂਟੀਜਨਸ ਪ੍ਰੋਡਿਊਸ ਕਰਨਗੇ। ਅਤੇ ਟੀਕਾਕਰਨ ਰਾਹੀਂ ਉਹ ਐਂਟੀਜਨ ਸਾਡੇ ਬਾਡੀ 'ਚ ਇਮਿਊਨਿਟੀ ਪ੍ਰੋਵਾਈਡ ਕਰਦੇ ਹੈ, ਇਮਿਊਨਿਟੀ ਵਧਾਉਂਦੇ ਹੈ ਅਤੇ ਸਾਨੂੰ ਰੋਗ ਨਾਲ ਲੜਨ ਦੀ ਸਮਰੱਥਾ ਪੈਦਾ ਕਰਦੇ ਹਨ। ਤਾਂ ਟੀਕੇ ਦੇ ਵਿੱਚ ਕਿਹੜੇ ਜੀਵਾਣੂ ਹੁੰਦੇ ਹਨ? ਜਿਹੜੇ ਰੋਗ ਵਾਲੇ ਜੀਵਾਣੂ ਹੀ ਹੁੰਦੇ ਹਨ। ਉਸ ਤੋਂ ਜ਼ਿਆਦਾ ਤਾਕਤਵਰ ਉਹ ਬਾਡੀ ਦੇ ਵਿੱਚ ਜਾ ਕੇ ਐਂਟੀਜਨ ਪ੍ਰੋਡਿਊਸ ਕਰਦੇ ਹਨ। ਤਾਂ ਇਮਿਊਨਾਈਜੇਸ਼ਨ ਵਧਾਉਣ ਲਈ ਕਿ ਬੱਚਿਆਂ ਨੂੰ ਪੋਲੀਓ ਹੋ ਜਾਂਦਾ ਸੀਗਾ, ਪੋਲੀਓ ਦੇ ਕਰਕੇ ਭਾਰਤ ਸਰਕਾਰ ਨੇ ਜਿਹੜਾ ਹੈਗਾ ਪ੍ਰੋਗਰਾਮ ਚਲਾਇਆ। 2 ਬੂੰਦ ਜ਼ਿੰਦਗੀ ਦੀ, ਹਰ ਇੱਕ ਛੋਟੇ ਬੱਚਿਆਂ ਨੂੰ 2 ਬੂੰਦਾਂ ਪਿਲਾਈਆਂ ਜਾਂਦੀਆਂ ਹਨ, ਜਿਸ ਦੇ ਨਾਲ ਕਿ ਦਾ ਕ੍ਰਿਪਲ ਜਾਂ ਪੈਰਾਲਿਸਿਸ ਹੋਣ ਦਾ ਡਰ ਖਤਮ ਹੋ ਜਾਂਦਾ। ਤਾਂ ਇੱਕ ਅਭਿਆਨ ਹੈਗਾ ਜਿਸ ਦੇ ਵਿੱਚ ਪਲਸ ਪੋਲੀਓ ਪ੍ਰੋਗਰਾਮ। ਰੋਬਰਟ ਕੋਚ ਨੇ 1876 ਈਸਵੀ ਦੇ ਵਿੱਚ ਬੈਸੀਲਸ ਉਸਨੇ ਦੇਖਿਆ ਕਿ ਕਈ ਜੀਵਾਣੂ ਵਿਸ਼ਾਣੂ ਪਸ਼ੂਆਂ ਦੇ ਵਿੱਚ ਮੂੰਹ ਅਤੇ ਖੁਰ ਦੀ ਬਿਮਾਰੀ ਕਰਦੇ ਹਨ। ਮੂੰਹ ਅਤੇ ਖੁਰ ਦੇ ਵਿੱਚ ਛਾਲੇ, ਅਲਸਰੇਸ਼ਨ ਹੋ ਜਾਂਦੀ ਹੈ। ਤਾਂ ਇਹ ਕਿਸ ਵਿਸ਼ਾਣੂ ਵਾਇਰਸ ਦੇ ਕਰਕੇ ਹੋ ਰਿਹਾ? ਬੈਸੀਲਸ ਐਂਥ੍ਰੈਕਸ ਦੇ। ਔਰ ਉਸਨੇ ਇਸ ਤੋਂ ਇਲਾਵਾ TB ਅਤੇ ਕੋਲਰਾ ਹੈਜ਼ਾ ਦੇ ਵਾਇਰਸ ਨੂੰ ਵੀ ਸੈਪਰੇਟ ਕੀਤਾ। ਇਸ ਦਾ ਰੋਬਰਟ ਕੋਚ ਨੇ 1876 ਵਿੱਚ ਐਂਥ੍ਰੈਕਸ ਨਾਮ ਦੇ ਵਿਸ਼ਾਣੂ ਦੀ ਖੋਜ ਕੀਤੀ। ਇਸ ਤੋਂ ਬਿਨਾਂ ਜਿਹੜੇ ਵਾਇਰਸ ਹੈਗੇ ਆ, ਬੈਕਟੀਰੀਆ, ਉੱਲੀ, ਫੰਜਾਈ, ਇਹ ਸਾਡੇ ਲਈ ਲਾਭਦਾਇਕ ਵੀ ਹਨ। ਕਿਉਂ ਲਾਭਦਾਇਕ ਹਨ? ਇਹ ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ਔਰ ਵਾਤਾਵਰਨ ਨੂੰ ਸਾਫ਼ ਰੱਖਦੇ ਹਨ, ਠੀਕ ਹੈ, ਵਾਤਾਵਰਨ ਦੀ ਸਫਾਈ ਕਰਦੇ ਹਨ। ਜਿਵੇਂ ਐਨਾਬੀਨਾ, ਨੋਸਟੋਕ ਵਗੈਰਾ, ਇਹ ਕੀ ਕਰਦੇ ਆ? ਐਟਮੋਸਫੇਰਿਕ ਨਾਈਟ੍ਰੋਜਨ ਨੂੰ ਨਾਈਟ੍ਰੇਟਸ 'ਚ ਬਦਲ ਦਿੰਦੇ ਆ, ਜਿਨ੍ਹਾਂ ਨੂੰ ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਨਾਈਟ੍ਰੋਜਨ ਨੂੰ ਨਾਈਟ੍ਰੇਟਸ 'ਚ ਬਦਲੂਗਾ ਔਰ ਪੌਦਿਆਂ ਦੀਆਂ ਜੜ੍ਹਾਂ ਜੋ ਹੈ ਉਹਨਾਂ ਨੂੰ ਭੂਮੀ 'ਚੋਂ ਅਬਜ਼ੋਰਬ ਕਰਨਗੀਆਂ। ਇੱਦਾਂ ਨਾਈਟ੍ਰੋਜਨ ਪ੍ਰੋਟੀਨਸ ਅਮਾਈਨੋ ਐਸਿਡ 'ਚ ਤਬਦੀਲ ਹੋ ਜਾਂਦੇ ਹਨ। ਐਟਮੋਸਫੀਅਰ 'ਚ 78% ਕੀ ਹੁੰਦੀ ਹੈ? ਨਾਈਟ੍ਰੋਜਨ ਹੁੰਦੀ ਹੈ, ਠੀਕ ਹੈ। ਤਾਂ ਉਹ ਫਲੀਆਂ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਜਦੋਂ ਅਸੀਂ ਉਹਨਾਂ ਨੂੰ ਖਾਂਦੇ ਹਾਂ ਤਾਂ ਉਹ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ ਅਸੀਮੀਲੇਟ ਹੋ ਕੇ ਤਾਂ ਸਾਡੀ ਬਾਡੀ ਦੀ ਗਰੋਥ ਐਂਡ ਡਿਵੈਲਪਮੈਂਟ ਕਰਦੀਆਂ ਹਨ। ਤਾਂ ਰਾਈਜ਼ੋਬੀਅਮ ਬੈਕਟੀਰੀਆ ਜਿਹੜਾ ਕਿ ਲਿਗਮੀਨਸ ਪਲਾਂਟ ਦੀਆਂ ਜੜ ਗੰਢਾਂ ਦੇ ਵਿੱਚ ਰਹਿੰਦਾ, ਉਹ ਜਦੋਂ ਆਕਾਸ਼ੀ ਬਿਜਲੀ ਜਾਂ ਥੰਡਰ ਬੋਲਟ ਹੁੰਦਾ ਉਸ ਟਾਈਮ ਇਹ ਜੋ ਚੇਂਜ ਹੋ ਜਾਂਦਾ ਨਾਈਟ੍ਰੋਜਨ ਨੂੰ ਨਾਈਟ੍ਰੇਟ 'ਚ ਬਦਲ ਦਿੰਦਾ। ਪਲਾਂਟਸ ਦੀਆਂ ਰੂਟਸ ਉਹਨਾਂ ਨੂੰ ਅਬਜ਼ੋਰਬ ਕਰਨਗੀਆਂ ਖਾਦ ਦੇ ਰੂਪ 'ਚ ਅਤੇ ਜਾ ਕੇ ਅਮਾਈਨੋ ਐਸਿਡ ਪ੍ਰੋਟੀਨਸ ਬਣਾਏਗਾ। ਔਰ ਜਦੋਂ ਜੀਵ ਜੰਤੂ ਮਰ ਜਾਂਦੇ ਆ ਤਾਂ ਨਾਈਟ੍ਰੋਜਨ ਦਾ ਉਹਨਾਂ ਦਾ ਅਪਘਟਨ ਰਾਹੀਂ ਨਾਈਟ੍ਰੋਜਨ ਦੁਬਾਰਾ ਵਾਯੂਮੰਡਲ 'ਚ ਮਿਕਸ ਹੋ ਜਾਂਦੀ ਹੈ। ਹੁਣ ਤੱਕ ਅਸੀਂ ਕੀ ਪੜ੍ਹਿਆ ਹੈ? ਕਈ ਤਰ੍ਹਾਂ ਦੇ ਬੈਕਟੀਰੀਆ, ਵਾਇਰਸ, ਉੱਲੀ, ਫੰਜਾਈ, ਜਿਨ੍ਹਾਂ ਦੇ ਅਲੱਗ-ਅਲੱਗ ਆਕਾਰ ਹੁੰਦੇ ਹਨ, ਅਲੱਗ-ਅਲੱਗ, ਠੀਕ ਹੈ, ਸ਼ੇਪ ਹੈ, ਸਟਰਕਚਰ ਹੈਗੀ ਹੈ।
ਤਾਂ ਇਹਨਾਂ ਦੇ ਬਾਰੇ ਪੜ੍ਹਿਆ ਹੈਗਾ। ਅੱਧੂ ਬਾਅਦ ਜਿਹੜੇ ਆਹ ਜੀਵਾਣੂ ਵਿਸ਼ਾਣੂ ਉੱਲੀ ਕਾਈ ਇਹ ਸਾਰੇ ਸਾਨੂੰ ਰੋਗ ਵੀ ਪੈਦਾ ਕਰਦੇ ਹਨ। ਇਹਨਾਂ ਰੋਗਾਂ ਨੂੰ ਕੌਮਨੀਕੇਬਲ ਡਿਜ਼ੀਜ਼ ਕਹਿੰਦੇ ਹਨ, ਜਿਵੇਂ ਹੈਜਾ, ਜ਼ੁਕਾਮ, ਚਿਕਨ ਪੌਕਸ, TB ਵਗੈਰਾ। ਲਾਗ ਦੇ ਰੋਗ ਜਾਂ ਕੌਮਨੀਕੇਬਲ ਡਿਜ਼ੀਜ਼ ਸਾਨੂੰ ਜਿਵੇਂ ਸਾਡੀ ਸਮਝ ਸ਼ਕਤੀ ਦਾ ਚਲਾ ਜਾਣਾ, ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਜਾਣਾ, ਇੰਡਾਈਜੈਸ਼ਨ ਹੋ ਜਾਣਾ, ਫੂਡ ਪੁਆਇਜ਼ਨਿੰਗ ਜਿਹਨੂੰ ਬੋਟੂਲਿਜ਼ਮ ਕਹਿੰਦੇ ਹੈਗੇ ਆ, ਇਹ ਸਾਰੇ ਵਿਸ਼ਾਣੂਆਂ ਦੇ ਕਰਕੇ, ਘਬਰਾਹਟ ਹੋਣਾ, ਇਹ ਸਾਰੇ ਇਨਫੈਕਸ਼ਨਸ ਦੇ ਕਰਕੇ। ਇਨਫੈਕਸ਼ਨ ਕਾਹਦੇ ਕਰਕੇ ਹੁੰਦੀ ਹੈ? ਜੀਵਾਣੂਆਂ ਦੇ ਕਰਕੇ। ਕਿਉਂ ਹੁੰਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ। ਸਾਡੇ ਹੱਥਾਂ 'ਤੇ ਬਹੁਤ ਸਾਰੇ ਵਿਸ਼ਾਣੂ, ਕੀਟਾਣੂ, ਜੀਵਾਣੂ, ਉੱਲੀ ਕਾਈ ਵਗੈਰਾ ਲੱਗਦੀ ਹੈ ਜਦੋਂ ਅਸੀਂ ਇੱਕ ਦੂਜੇ ਦੇ ਆਪਸੀ ਸੰਪਰਕ ਦੇ ਵਿੱਚ ਆਉਂਦੇ ਹਾਂ। ਜਿਵੇਂ ਕੋਈ ਠੀਕ ਹੈ ਤਾਂ ਉਹ ਸਾਡੇ ਅੰਦਰ ਚਲੇ ਜਾਂਦੇ ਹਨ, ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਆ। ਜਿਵੇਂ ਜ਼ੁਕਾਮ ਹੈ, ਚਿਕਨ ਦੇ ਨਾਲ ਫੈਲਦਾ ਹੈਗਾ ਇੱਕ ਰੋਗੀ ਤੋਂ ਇਨਫੈਕਟਡ ਪਰਸਨ ਲਈ, ਜਾਂ ਹੱਥ ਮਿਲਾਉਣ ਦੇ ਨਾਲ। ਤਾਂ ਇੱਦਾਂ ਦੇ ਕਈ ਤਰ੍ਹਾਂ ਦੇ ਰੋਗ, ਜਿਵੇਂ ਪਿਆਰੇ ਵਿਦਿਆਰਥੀਓ ਤੁਸੀਂ ਦੇਖ ਸਕਦੇ ਹੋ, ਮੰਨ ਲਓ ਕਿਸੇ ਕਲਾਸ 'ਚ ਕਿਸੇ ਬੱਚੇ ਨੂੰ ਜ਼ੁਕਾਮ ਹੈ ਅਤੇ ਉਹ ਚਿੱਕ ਰਿਹਾ ਹੈਗਾ, ਉਸ ਦੀਆਂ ਡਰੋਪਲੇਟਸ ਦੇ ਵਿੱਚ ਹਵਾ ਵਿੱਚ ਫੈਲਦੀਆਂ ਹਨ, ਔਰ ਵਿਸ਼ਾਣੂ ਇੱਕ ਸਟੂਡੈਂਟ ਤੋਂ ਦੂਸਰੇ ਬੱਚੇ ਦੇ ਵਿੱਚ, ਹੈਲਦੀ ਮਨੁੱਖ ਦੇ ਵਿੱਚ ਚਲੇ ਜਾਂਦੇ ਹਨ ਹਵਾ ਰਾਹੀਂ, ਠੀਕ ਹੈ, ਡਰੋਪਲੇਟਸ ਰਾਹੀਂ। ਔਰ ਮਲੇਰੀਆ ਸਾਨੂੰ ਫੀਮੇਲ ਐਨਾਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਫੀਮੇਲ ਐਨਾਫਿਲੀਜ਼ ਮੱਛਰ ਦੇ ਕੱਟਣ ਨਾਲ ਪਲਾਜ਼ਮੋਡੀਅਮ ਬਾਈਵੈਕਸ ਨਾਮ ਦਾ ਪ੍ਰੋਟੋਜ਼ੋਨ ਖੂਨ ਦੇ ਵਿੱਚ ਚਲਾ ਜਾਂਦਾ ਹੈ, ਬਲੱਡ ਦੇ ਵਿੱਚ। ਉੱਥੋਂ ਉਹ ਕਿੱਥੇ ਜਾਊਗਾ? ਲੀਵਰ ਦੇ ਵਿੱਚ ਮਲਟੀਪਲਾਈ ਕਰਕੇ RBCs ਨੂੰ ਕੀ ਕਰ ਦਿੰਦਾ ਹੈ? ਡੈਮੇਜ ਕਰ ਦਿੰਦਾ। ਤਾਂ ਸਾਡੇ RBCs ਕਿਆ ਹੋਣਗੇ? ਦੀ ਕਮੀ ਹੋ ਜਾਏਗੀ, ਜਿਸ ਦੇ ਰਿਜ਼ਲਟ ਵਜੋਂ ਮਲੇਰੀਆ ਹੋ ਜਾਂਦਾ। ਮਲੇਰੀਆ ਕਿਹੜੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ? ਮਾਦਾ ਐਨਾਫਿਲੀਜ਼ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੈ। ਇਸੇ ਤਰ੍ਹਾਂ ਡੇਂਗੂ ਰੋਗ ਮਾਦਾ ਏਡੀਜ਼ ਮੋਸਕੀਟੋ ਦੇ ਕਰਕੇ ਹੁੰਦਾ। ਸਰਕਾਰੀ ਮਿਡਲ ਸਕੂਲ ਬਰਨਾਲਾ, ਜ਼ਿਲ੍ਹਾ ਮਾਨਸਾ। ਅਸੀਂ ਕਰ ਰਹੇ ਸੀ ਸੁਖਮਜੀਵ ਮਿੱਤਰ ਤੇ ਦੁਸ਼ਮਣ। ਸੁਖਮਜੀਵਾਂ ਦੇ ਕਰਕੇ ਕਈ ਲਾਗ ਦੇ ਰੋਗ ਵੀ ਲੱਗਦੇ ਹਨ, ਜਿਵੇਂ ਮੱਛਰ, ਮਾਦਾ ਐਨਾਫਿਲੀਜ਼ ਮੱਛਰ ਦੇ ਕੱਟਣ ਦੇ ਨਾਲ ਸਾਨੂੰ ਮਲੇਰੀਆ ਰੋਗ ਹੋ ਜਾਂਦਾ। ਮਲੇਰੀਆ ਪਲਾਜ਼ਮੋਡੀਅਮ ਵਾਈਵੈਕਸ ਨਾਮ ਦਾ ਪ੍ਰੋਟੋਜ਼ੋਨ ਬਲੱਡ ਦੇ ਥਰੂ ਜਿਗਰ 'ਚ ਚਲਾ ਜਾਂਦਾ, ਉੱਥੇ ਮਲਟੀਪਲਾਈ ਕਰੇਗਾ ਔਰ ਸਿਸਟ ਬਣਾਏਗਾ। ਉਸ ਤੋਂ ਇਹ ਸਾਡੇ RBCs ਨੂੰ ਖ਼ਤਮ ਕਰ ਦਿੰਦਾ ਹੈ ਅਤੇ ਇੱਦਾਂ ਮਲੇਰੀਆ ਜਾਂ ਪੀਲੀਆ ਰੋਗ ਹੁੰਦਾ ਹੈ। ਔਰ ਮਾਦਾ ਐਡੀਜ਼ ਮੱਛਰ ਦੇ ਕੱਟਣ ਦੇ ਨਾਲ ਡੇਂਗੂ ਨਾਮ ਦਾ ਰੋਗ ਹੁੰਦਾ ਹੈ। ਇਹ ਲਾਗ ਦੇ ਰੋਗ ਇੱਕ ਰੋਗੀ ਮਨੁੱਖ ਤੋਂ ਦੂਸਰੇ ਰੋਗੀ ਮਨੁੱਖ ਤੱਕ ਫੈਲਦੇ ਹਨ। ਜੰਤੂਆਂ ਅਤੇ ਜਾਨਵਰਾਂ ਦੇ ਵਿੱਚ ਬਿਮਾਰੀਆਂ ਤੋਂ ਬਿਨਾਂ ਸੁਖਮਜੀਵ ਜਿਹੜੇ ਹੈਗੇ ਆ ਪੌਦਿਆਂ 'ਚ ਵੀ ਕਈ ਤਰ੍ਹਾਂ ਦੇ ਲਾਗ ਦੇ ਰੋਗ ਕਰਦੇ ਹਨ, ਜਿਵੇਂ ਸਿਟਰਸ ਕੈਂਕਰ, ਕਣਕ ਦੀ ਕੂੰਗੀ ਉੱਲੀ ਨਾਲ ਹੋਣ ਵਾਲਾ ਰੋਗ ਹੈ। ਅਤੇ ਭਿੰਡੀ ਦੇ ਵਿੱਚ ਜੈਲੋ ਮੋਜ਼ੇਕ ਵਿਸ਼ਾਣੂ ਦੇ ਕਰਕੇ ਹੋਣ ਵਾਲੇ ਕਈ ਤਰ੍ਹਾਂ ਦੇ ਰੋਗ ਹਨ। ਸੁਖਮਜੀਵ ਕੀ ਕਰਦੇ ਆ? ਸਾਡੇ ਭੋਜਨ ਪਦਾਰਥਾਂ ਦਾ ਅਪਘਟਨ ਕਰਦੇ ਹਨ, ਜਿਸ ਨਾਲ ਇਹਨਾਂ ਦੀ ਰੰਗ, ਗੰਧ, ਟੇਸਟ ਚੇਂਜ ਹੋ ਜਾਂਦਾ ਹੈ। ਇੱਦਾਂ ਦੇ ਗਲੇ ਸੜੇ ਪਦਾਰਥਾਂ ਨੂੰ ਖਾਣ ਨਾਲ, ਭੋਜਨ ਨੂੰ ਖਾਣ ਨਾਲ ਸਾਨੂੰ ਕੀ ਹੋ ਜਾਂਦੀ ਹੈਗੀ ਹੈ? ਫੂਡ ਪੁਆਇਜ਼ਨਿੰਗ ਹੋਣ ਦਾ ਡਰ ਰਹਿੰਦਾ ਹੈਗਾ, ਜਿਸ ਵਿੱਚ ਉਲਟੀਆਂ ਅਤੇ ਹੋਰ ਕਈ ਤਰ੍ਹਾਂ ਦੇ ਪੇਟ ਦਰਦ ਹੋ ਸਕਦਾ ਹੈਗਾ। ਤਾਂ ਅਸੀਂ ਫੂਡ ਨੂੰ ਕਿਵੇਂ ਪ੍ਰੀਜ਼ਰਵ ਕਰ ਸਕਦੇ ਹਾਂ ਪੁਆਇਜ਼ਨ ਹੋਣ ਤੋਂ, ਖਰਾਬ ਹੋਣ ਤੋਂ ਬਚਾਉਣ ਲਈ? ਅਸੀਂ ਕਈ ਤਰ੍ਹਾਂ ਦੇ ਪ੍ਰੀਜ਼ਰਵੇਟਿਵਸ ਮੈਥਡ ਯੂਜ਼ ਕਰ ਸਕਦੇ ਹਾਂ, ਜਿਵੇਂ ਉਹਨਾਂ ਨੂੰ ਸੁਕਾ ਕੇ ਅਚਾਰ, ਮੁਰੱਬੇ, ਜੈਮ, ਜਾਲੀਆਂ ਜਾਂ ਗਰਮ ਕਰਕੇ ਜਾਂ ਠੰਡੇ ਕਰਕੇ ਅਸੀਂ ਫੂਡ ਨੂੰ ਪ੍ਰੀਜ਼ਰਵ ਕਰ ਸਕਦੇ ਹੈਗੇ ਹਾਂ। ਕਈ ਤਰ੍ਹਾਂ ਦੇ ਕੈਮੀਕਲਸ, ਜਿਵੇਂ ਉਹਨਾਂ ਨੂੰ ਫੂਡ ਪਰਿਰੱਖਿਅਕ ਜਾਂ ਪ੍ਰੀਜ਼ਰਵੇਟਿਵਸ ਕਹਿੰਦੇ ਆ। ਇਸ ਨਾਲ ਫੂਡ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ, ਜਿਵੇਂ BHT, BHA। ਪਰ ਇੱਦਾਂ ਦੇ ਕੈਮੀਕਲਸ ਸੋਡੀਅਮ ਬੈਂਜੋਏਟ, ਸੋਡੀਅਮ ਮੈਟਾਸਲਫੇਟ, ਨਮਕ, ਚੀਨੀ, ਤੇਲ, ਸਿਰਕਾ, ਤਾਪ ਅਤੇ ਠੰਡਕ ਦੁਆਰਾ ਅਸੀਂ ਫੂਡ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ। ਔਰ ਪੋਸਚਰਾਈਜੇਸ਼ਨ ਆਫ ਮਿਲਕ, ਜਿਸ ਦੇ ਵਿੱਚ 70 ਤੋਂ 72 ਡਿਗਰੀ ਸੈਲਸੀਅਸ ਤੱਕ 15 ਤੋਂ 30 ਸਕਿੰਟ ਲਈ
ਦੁੱਧ ਨੂੰ ਪੋਸਚਰਾਈਜ਼ ਕੀਤਾ ਜਾਂਦਾ ਹੈ। ਪੋਸਚਰਾਈਜੇਸ਼ਨ ਦੀ ਟੈਕਨੀਕ ਲੂਇਸ ਪੋਸਚਰ ਨੇ ਖੋਜ ਕੀਤੀ। ਤਾਂ ਇੱਦਾਂ ਦੁੱਧ ਨੂੰ ਰਸਾਇਣਿਕ ਢੰਗਾਂ ਦੇ ਨਾਲ ਭੋਜਨ ਪਦਾਰਥਾਂ ਨੂੰ ਕਈ ਰਸਾਇਣਾਂ, ਤੇਲ, ਚੀਨੀ ਠੰਡਾ ਕਰਕੇ ਜਾਂ ਗਰਮ ਕਰਕੇ ਜਾਂ 에ਅਰ ਟਾਈਟ ਕੰਟੇਨਰਸ ਦੇ ਵਿੱਚ ਬੰਦ ਕਰਕੇ ਅਸੀਂ ਫੂਡ ਪਦਾਰਥਾਂ ਨੂੰ ਫੂਡ ਪ੍ਰੋਡਕਟਸ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ। ਔਰ ਕੋਲਡ ਸਟੋਰੇਜ ਕਰਕੇ ਵੱਡੇ ਪੱਧਰ 'ਤੇ ਅਗਰ ਅਸੀਂ ਫੂਡ ਨੂੰ ਪ੍ਰੀਜ਼ਰਵ ਕਰਨਾ ਹੈਗਾ ਤਾਂ ਅਸੀਂ ਉਹਦੀ ਕੀ ਕਰ ਸਕਦੇ ਹਾਂ, ਕੋਲਡ ਸਟੋਰੇਜ ਕਰਕੇ। ਉਸ ਤੋਂ ਬਾਅਦ ਲਾਭਦਾਇਕ ਜੋ ਹੈ ਸੂਖਮ ਜੀਵ, ਇਹ ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦਿਖਾਈਆਂ ਗਈਆਂ ਹਨ। ਇਹਨਾਂ ਦੇ ਵਿੱਚ ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਰਹਿੰਦਾ ਹੈਗਾ, ਜਿਹੜਾ ਕਿ ਵਾਤਾਵਰਨ ਦੇ ਵਿਚਲੀ ਨਾਈਟ੍ਰੋਜਨ ਨੂੰ ਨਾਈਟ੍ਰੇਟਸ 'ਚ ਤਬਦੀਲ ਕਰ ਦਿੰਦਾ ਹੈਗਾ। ਰਾਈਜ਼ੋਬੀਅਮ ਬੈਕਟੀਰੀਆ ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦੇ ਵਿੱਚ ਰਹਿੰਦਾ ਹੈਗਾ। ਇਹ ਵਾਤਾਵਰਨ ਦੀ ਨਾਈਟ੍ਰੋਜਨ ਨੂੰ ਭੂਮੀ ਦੇ ਵਿੱਚ, ਵਾਤਾਵਰਨ 'ਚ 78% ਨਾਈਟ੍ਰੋਜਨ ਹੁੰਦੀ ਹੈ, ਫਲੀਦਾਰ ਪੌਦੇ ਦੀਆਂ ਜੜ ਗੰਢਾਂ ਦੇ ਵਿੱਚ ਰਾਈਜ਼ੋਬੀਅਮ ਬੈਕਟੀਰੀਆ ਇਹਨਾਂ ਨੂੰ ਨਾਈਟ੍ਰੇਟਸ 'ਚ ਬਦਲ ਦੇਗਾ ਔਰ ਜੋ ਪੌਦੇ ਆ ਇਹਨਾਂ ਨੂੰ ਖਾਦ ਦੇ ਰੂਪ 'ਚ ਅਬਜ਼ੋਰਬ ਕਰਨਗੇ। ਨਾਈਟ੍ਰੋਜਨ 78% ਵਾਯੂਮੰਡਲ 'ਚ ਹੈ, ਇਹ ਕੀ ਹੈ, ਜ਼ਮੀਨ 'ਚ ਆ ਜਾਂਦੀ ਹੈਗੀ ਹੈ ਤਾਂ ਇਹ ਨਾਈਟ੍ਰੇਟਸ 'ਚ ਤਬਦੀਲ ਹੋਊਗੀ। ਕੌਣ? ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ 'ਚ ਕਿਆ ਰਹਿੰਦਾ ਹੈਗਾ, ਰਾਈਜ਼ੋਬੀਅਮ ਬੈਕਟੀਰੀਆ। ਤਾਂ ਇੱਦਾਂ ਜਦੋਂ ਨਾਈਟ੍ਰੋਜਨ ਚੱਕਰ ਚੱਲਦਾ ਹੈਗਾ, ਪੌਦਿਆਂ ਨੂੰ ਅਸੀਂ ਜਾਂ ਜੰਤੂ, ਮਨੁੱਖ ਜਾਂ ਜੰਤੂ ਖਾਂਦੇ ਹਨ ਤਾਂ ਉਹਨਾਂ ਦੇ ਮਲ ਤਿਆਗ ਜਾਂ ਇਹਨਾਂ ਦੇ ਅਪਘਟਨ ਦੇ ਨਾਲ, ਜਦੋਂ ਜੰਤੂ ਅਤੇ ਪੌਦੇ ਮਰ ਜਾਂਦੇ ਆ ਤਾਂ ਉਹਨਾਂ ਦੇ ਅਪਘਟਨ ਦੇ ਨਾਲ ਡੀਨਾਈਟ੍ਰੀਫਿਕੇਸ਼ਨ ਹੋਏਗੀ ਔਰ ਵਾਯੂਮੰਡਲੀ ਨਾਈਟ੍ਰੋਜਨ ਵਾਪਸ ਏਅਰ ਦੇ ਵਿੱਚ ਚਲੀ ਜਾਂਦੀ ਹੈ। ਨਾਈਟ੍ਰੋਜਨ ਦਾ ਫਿਕਸੇਸ਼ਨ ਕਦੋਂ ਹੁੰਦਾ? ਜਦੋਂ ਆਕਾਸ਼ੀ ਬਿਜਲੀ ਜਾਂ ਥੰਡਰਬੋਲਟ ਹੁੰਦਾ ਹੈਗਾ। ਤਾਂ ਕਿਹੜਾ ਬੈਕਟੀਰੀਆ ਹੈਲਪ ਕਰੇਗਾ? ਰਾਈਜ਼ੋਬੀਅਮ ਬੈਕਟੀਰੀਆ। ਉਹ ਕਿੱਥੇ ਰਹਿੰਦਾ ਹੈ? ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦੇ ਵਿੱਚ। ਤਾਂ ਇੱਦਾਂ ਸਾਡਾ ਨਾਈਟ੍ਰੋਜਨ ਤੋਂ ਨਾਈਟ੍ਰੇਟ ਬਣੇ, ਖਾਦ ਪੌਦਿਆਂ ਨੇ ਲੈ ਲਏ, ਉਹਨਾਂ ਤੋਂ ਪ੍ਰੋਟੀਨਸ ਬਣੇ, ਪ੍ਰੋਟੀਨਸ ਨੂੰ ਮਨੁੱਖ ਅਤੇ ਜਾਨਵਰਾਂ ਨੇ ਖਾਧਾ, ਉਹਨਾਂ ਦੇ ਅਪਘਟਨ ਦੇ ਨਾਲ ਨਾਈਟ੍ਰੋਜਨ ਵਾਪਸ ਵਾਯੂਮੰਡਲ 'ਚ ਦਾਖਲ ਹੋ ਜਾਂਦੀ ਹੈ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਰੇਨੂ ਸਾਇੰਸ ਮਿਸਟਰਸ, GMS ਬਰਨਾਲਾ, ਜ਼ਿਲ੍ਹਾ ਮਾਨਸਾ, ਸੁਖਮਜੀਤ ਮਿੱਤਰ ਤੇ ਦੁਸ਼ਮਣ। ਥੈਂਕ ਯੂ ਫॉर ਵਾਚਿੰਗ ਦੀ